गुड मॉर्निंग एवरीवन। सो आज ਦਾ ਆਪਣਾ ਟੌਪਿਕ ਹੈ ਸਿਸਟਮ ਆਫ ਗਵਰਨੈਂਸ ਡਿਊਰਿੰਗ ਦਾ ਵੈਦਿਕ ਪੀਰੀਅਡ। ਜਦੋਂ ਆਪਾਂ ਸਿਸਟਮ ਆਫ ਗਵਰਨੈਂਸ ਦੀ ਗੱਲ ਕਰਦੇ ਹਾਂ ਵੈਦਿਕ ਪੀਰੀਅਡ 'ਚ, ਇਹਨੂੰ ਦੋ ਹਿੱਸਿਆਂ 'ਚ ਆਪਾਂ ਵੰਡ ਦਿੰਦੇ ਹੁੰਦੇ ਹਾਂ, ਅਰਲੀ ਵੈਦਿਕ ਪੀਰੀਅਡ ਅਤੇ ਲੇਟਰ ਵੈਦਿਕ ਪੀਰੀਅਡ 'ਚ। ਸੋ ਦੇਖੋ, ਜਦੋਂ ਵੀ ਆਪਾਂ ਇਹ ਟੌਪਿਕ ਸਟਾਰਟ ਕਰਾਂਗੇ, ਜਦੋਂ ਵੀ ਆਪਾਂ ਆਨਸਰ ਰਾਈਟਿੰਗ ਕਰਨੀ ਹੈ, ਪਹਿਲਾਂ ਆਪਾਂ ਲਿਖਾਂਗੇ ਇੰਟਰੋਡਕਸ਼ਨ 'ਚ ਆਪਾਂ ਇਹਦਾ ਟਾਈਮ ਪੀਰੀਅਡ ਦੱਸ ਦਾਂਗੇ ਵੀ 1500 ਤੋਂ 1000 BCE ਤੱਕ ਅਰਲੀ ਵੈਦਿਕ ਪੀਰੀਅਡ ਸੀਗਾ ਅਤੇ 1000 ਤੋਂ 600 BCE ਤੱਕ ਲੇਟਰ ਵੈਦਿਕ ਪੀਰੀਅਡ ਸੀ। BCE ਦਾ ਮਤਲਬ ਤੁਹਾਨੂੰ ਪਤਾ ਹੀ ਹੋਣਾ, ਬਿਫੋਰ ਕ੍ਰਾਈਸਟ ਅਤੇ ਆਫਟਰ ਕ੍ਰਾਈਸਟ ਦਾ ਹੈ ਨਾ, ਪਤਾ ਹੀ ਹੋਣਾ ਤੁਹਾਨੂੰ। ਸੋ ਆਪਾਂ ਦੋ ਹਿੱਸਿਆਂ 'ਚ ਵੰਡ ਦਾਂਗੇ। ਜਿਹੜਾ ਪਹਿਲਾਂ ਕੋਈ ਇਹੋ ਜਿਹਾ ਸਿਸਟਮ ਨਹੀਂ ਸੀਗਾ। ਜਦੋਂ ਆਰੀਅਨਸ ਇੱਥੇ ਆਪਣੇ ਇੰਡੀਆ 'ਚ ਆਏ ਹੈ ਨਾ, ਆਰੀਅਨਸ ਆ ਕੇ ਇੰਡਸ ਵੈਲੀ ਏਰੀਆ 'ਚ ਰਹੇ, ਉਹਨਾਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਸਟਾਰਟ ਕੀਤੀ। ਠੀਕ ਆ, ਸਟਾਰਟ ਹੋਣ ਨਾਲ ਕੀ ਹੋਇਆ, ਫਿਰ ਉਸ ਤੋਂ ਬਾਅਦ ਗਵਰਨੈਂਸ ਦਾ ਸਿਸਟਮ ਹੌਲੀ ਹੌਲੀ ਆਉਂਦਾ ਰਿਹਾ ਅਤੇ ਉਹਨੂੰ ਤਾਂ ਹੀ ਆਪਾਂ ਦੋ ਹਿੱਸਿਆਂ 'ਚ ਵੰਡਿਆ ਗਿਆ। ਜਿਹੜਾ ਅਰਲੀ ਵੈਦਿਕ ਪੀਰੀਅਡ ਹੈ ਉਹ ਲੇਟਰ ਵੈਦਿਕ ਪੀਰੀਅਡ ਤੋਂ ਕੰਪਲੀਟਲੀ ਡਿਫਰੈਂਟ ਆ। ਠੀਕ ਆ, ਸੋ ਅਰਲੀ ਵੈਦਿਕ ਪੀਰੀਅਡ 'ਚ ਕੀ ਸੀਗਾ, ਆਪਾਂ ਦੇਖੋ ਪਹਿਲਾਂ ਹੈਡਿੰਗ ਲਿਖਾਂਗੇ ਇੰਟਰੋਡਕਸ਼ਨ, ਦੂਜੀ ਹੈਡਿੰਗ ਲਿਖਾਂਗੇ ਟਾਈਪਸ ਆਫ ਵੈਦਿਕ ਪੀਰੀਅਡ। ਫਿਰ ਉਹਦੇ 'ਚ ਆਪਾਂ ਪਹਿਲੇ ਚੀਜ਼ ਦੱਸਾਂਗੇ ਕਿ ਪਹਿਲਾ ਵੈਦਿਕ ਪੀਰੀਅਡ ਦੇਅਰ ਆਰ ਟੂ ਟਾਈਪਸ ਆਫ ਵੈਦਿਕ ਪੀਰੀਅਡ। ਪਹਿਲਾ ਸੀਗਾ ਅਰਲੀ ਵੈਦਿਕ ਪੀਰੀਅਡ ਐਂਡ ਸੈਕਿੰਡ ਇਜ਼ ਲੇਟਰ ਵੈਦਿਕ ਪੀਰੀਅਡ। ਸੋ ਹੁਣ ਫਿਰ ਥਰਡ ਹੈਡਿੰਗ ਕੀ ਬਣੇਗੀ ਵੀ ਗਵਰਨੈਂਸ ਡਿਊਰਿੰਗ ਅਰਲੀ ਵੈਦਿਕ ਪੀਰੀਅਡ। ਆਪਾਂ ਗਵਰਨੈਂਸ ਥਰਡ ਹੈਡਿੰਗ ਬਣਾਤੀ, ਉਹਨੂੰ ਅੱਗੇ ਮੈਂਸ਼ਨ ਕਰ ਦਾਂਗੇ ਥੋੜ੍ਹਾ ਬਹੁਤ ਕਿ ਹਾਂ ਗਵਰਨੈਂਸ ਦਾ ਆਪਾਂ ਹੇਅਰ ਆਰ ਦਾ ਫੀਚਰਸ ਆਫ ਗਵਰਨੈਂਸ। ਅਤੇ ਉਹਦੇ 'ਚ ਆਪਾਂ ਪਹਿਲਾ ਫੀਚਰ ਲਿਖਾਂਗੇ ਨੇਚਰ ਆਫ ਸਟੇਟ, ਵੀ ਸਟੇਟ ਕਿੱਦਾਂ ਦੀ ਸੀਗੀ। ਦੇਖੋ ਸਟੇਟ ਸੀਗਾ ਜਿਹੜੀ ਪਹਿਲਾਂ ਸਭ ਤੋਂ ਜ਼ਿਆਦਾ ਟਰਾਈਬਲ ਸੀਗੀ, ਕਿਉਂਕਿ ਉੱਥੇ ਹਾਲੀ ਕੋਈ ਕਿੰਗ ਦਾ ਸਿਸਟਮ ਕੰਸੈਪਟ ਡਿਵੈਲਪ ਨਹੀਂ ਹੋਇਆ ਸੀ। ਉਹ ਲੇਟਰ ਵੈਦਿਕ ਏਜ ਦਾ ਕੰਸੈਪਟ ਹੈ। ਅਰਲੀ ਜਿਹੜਾ ਵੈਦਿਕ ਏਰੀਆ, ਉਹਦੇ 'ਚ ਕੋਈ ਕਿੰਗ ਵਗੈਰਾ ਨਹੀਂ ਹੁੰਦਾ ਸੀਗਾ। ਦੇਅਰ ਵਾਜ਼ ਨੋਟ ਅ ਟੈਰੀਟੋਰੀਅਲ ਸਟੇਟ, ਕੋਈ ਟੈਰੀਟੋਰੀਅਲ ਸਟੇਟ ਜਿਵੇਂ ਅੱਜ ਦੇ ਟਾਈਮ ਤਾਂ ਆਪਣੀ ਬਾਊਂਡਰੀ ਡਿਸਾਈਡਡ ਨੇ ਵੀ ਇਹ ਇੰਡੀਆ ਇਹ ਪਾਕਿਸਤਾਨ ਹੈ, ਪਰ ਪਹਿਲਾਂ ਇਹ ਜਿਹਾ ਕੁਛ ਨਹੀਂ ਸੀਗਾ। ਪਹਿਲਾਂ ਜਸਟ ਇਟ ਵਾਜ਼ ਲਾਈਕ ਕਿ ਇੱਕ ਕਮਿਊਨਿਟੀ ਆ, ਉਹ ਇੱਕ ਜਗ੍ਹਾ 'ਤੇ ਰਹਿ ਰਹੀ ਹੈ ਅਤੇ ਬਸ ਦੈਟ ਵਾਜ਼ ਇਟ, ਹੈ ਨਾ, ਕਿ ਉਹ ਇੱਕ ਟਰਾਈਬਲ ਕਮਿਊਨਿਟੀ ਉਹੀ ਸਾਰਾ ਗਵਰਨ ਕਰੇਗੀ। ਸੋ ਜਿਹੜੀ ਗਵਰਨੈਂਸ ਸੀਗੀ ਉਹ ਗਵਰਨੈਂਸ ਵਾਜ਼ ਟਰਾਈਬਲ ਐਂਡ ਪੈਸਟੋਰਲ ਇਨ ਨੇਚਰ। ਮਤਲਬ ਲੋਕ ਪਸ਼ੂ ਪਾਲਣਾ ਕਰਦੇ ਹੁੰਦੇ ਸੀਗੇ, ਜਾਨਵਰ ਰੱਖਦੇ ਸੀ ਅਤੇ ਉੱਥੋਂ ਹੀ ਆਪਣਾ ਸਾਰਾ ਕੁਛ ਚਲਾ ਰਹੇ ਸੀਗੇ। ਇਹ ਜਿਹਾ ਐਸਾ ਕੋਈ ਸਿਸਟਮ ਨਹੀਂ ਸੀਗਾ। ਦੇਅਰ ਵਾਜ਼ ਨੋ ਕੰਸੈਪਟ ਆਫ ਸਟੈਂਡਿੰਗ ਆਰਮੀ ਐਂਡ ਪਰਮਾਨੈਂਟ ਬਿਊਰੋਕ੍ਰੇਸੀ। ਐਜ਼ ਆਈ ਟੋਲਡ ਯੂ ਦੇਅਰ ਵਾਜ਼ ਨੋ ਕਿੰਗ। ਜਦੋਂ ਕਿੰਗ ਹੀ ਨਹੀਂ ਹੈਗਾ ਤਾਂ ਬਿਊਰੋਕ੍ਰੇਸੀ ਦਾ ਕੰਸੈਪਟ ਕਿੱਥੋਂ ਆਉਣਾ ਸੀਗਾ। ਠੀਕ ਆ, ਨੇਚਰ ਸਟੇਟ ਦੀ ਆਪਾਂ ਦੱਸਦੀ ਹੈ ਵੀ ਇੱਕ ਪੋਲੀਟੀਕਲ ਯੂਨਿਟ ਹੁੰਦੀ ਸੀ, ਉਹਨੂੰ ਜਾਣਾ ਕਹਿੰਦੇ ਹੁੰਦੇ ਸੀਗੇ, ਦੈਟਸ ਇਟ, ਹੋਰ ਕੁਛ ਨਹੀਂ ਸੀਗਾ। ਉਸ ਤੋਂ ਬਾਅਦ ਨੇਚਰ ਆਫ ਸਟੇਟ ਤੋਂ ਬਾਅਦ ਦੇਖੋ ਆਪਾਂ ਸੈਕਿੰਡ ਫੀਚਰ ਕੀ ਲਿਖਣਾ, ਗਵਰਨੈਂਸ ਡਿਊਰਿੰਗ ਅਰਲੀ ਵੈਦਿਕ ਏਜ ਦੇ ਵਿੱਚ ਜਿਹੜਾ ਸੈਕਿੰਡ ਫੀਚਰ ਸੀਗਾ ਦੈਟ ਵਾਜ਼ ਆਫ ਕਿੰਗ। ਵੀ ਕਿੰਗ ਕਿੱਦਾਂ ਦਾ ਹੁੰਦਾ, ਕਿੰਗ ਦੀ ਕੀ ਕੁਆਲਿਟੀ ਸੀ। ਪਹਿਲਾ ਕੰਮ ਕਿੰਗ ਦਾ ਹੁੰਦਾ ਸੀ ਟਰਾਈਬ ਨੂੰ ਪ੍ਰੋਟੈਕਟ ਕਰਨਾ, ਦੂਜਾ ਕੰਮ ਹੁੰਦਾ ਸੀ ਲੋ ਐਂਡ ਆਰਡਰ ਮੇਨਟੇਨ ਕਰਨਾ, ਤੀਜਾ ਕੀ ਹੁੰਦਾ ਸੀਗਾ ਲੀਡ ਕਰਨਾ ਵਾਰ 'ਚ। ਦਿਸ ਵਾਜ਼ ਜਸਟ ਦਾ ਕੰਸੈਪਟ ਆਫ ਕਿੰਗ। ਅਤੇ ਕਿੰਗ ਕੋਈ ਐ ਨਹੀਂ ਸੀਗਾ ਵੀ ਇੱਕ ਰਾਜਨ ਦਾ ਕੰਸੈਪਟ ਲੇਟਰ ਹੁਣ ਆਇਆ, ਕੋਈ ਐ ਨਹੀਂ ਸੀ, ਬਸ ਇਟ ਵਾਜ਼ ਅ ਟਰਾਈਬਲ ਚੀਫ। ਮਤਲਬ ਟਰਾਈਬਲ ਕਮਿਊਨਿਟੀ ਮਿਲ ਕੇ ਕਿਸੇ ਨੂੰ ਹੈੱਡ ਬਣਾ ਦਿੰਦੇ ਸੀ, ਉਹਨੂੰ ਹੀ ਕਿੰਗ ਕਹਿੰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਥਰਡ ਫੀਚਰ ਕੀ ਹੈ, ਪੋਪੂਲਰ ਅਸੈਂਬਲੀਜ਼। ਵੀ ਅਸੈਂਬਲੀ ਕਿਹੜੀਆਂ ਸੀਗੀਆਂ, ਪਹਿਲੀ ਹੈਗੀ ਸੀ ਸਭਾ, ਦੂਜੀ ਸੀ ਸਮਿਤੀ, ਤੀਜੀ ਸੀ ਵਿਧਾਤਾ ਸਭ ਤੋਂ ਪਹਿਲੀ ਅਸੈਂਬਲੀ ਸੀ ਵੈਸੇ ਦੇਖਿਆ ਜਾਏ। ਠੀਕ ਆ, ਉਹਦੇ 'ਚ ਕੀ ਹੁੰਦਾ ਸੀ, ਉਹ ਕੀ ਕੰਮ ਕਰਦੀ ਸੀ, ਸੋਸ਼ਲ ਇਕੋਨਮੀ ਅਤੇ ਰਿਲੀਜੀਅਸ ਮੈਟਰ ਨੂੰ ਵਿਧਾਤਾ ਦੇਖਦੀ ਹੁੰਦੀ ਸੀ। ਠੀਕ ਆ, ਸਮਿਤੀ ਕੀ ਸੀ, ਸਮਿਤੀ ਵੈਸੇ ਇੱਕ ਜਨਰਲ ਅਸੈਂਬਲੀ ਸੀ ਲੋਕਾਂ ਦੀ, ਜਿਹਦਾ ਕੰਮ ਕੀ ਹੁੰਦਾ ਸੀ, ਕਿੰਗ ਨੂੰ ਇਲੈਕਟ ਕਰਨਾ ਜਾਂ ਕਿੰਗ ਨੂੰ ਤਾਰਨਾ। ਦੇਖੋ ਮੈਂ ਤੁਹਾਨੂੰ ਦੱਸਿਆ ਕਿੰਗ ਦਾ ਕੰਸੈਪਟ ਇੰਨਾ ਕੋਈ ਡਿਵੈਲਪ ਨਹੀਂ ਸੀਗਾ। ਕਿੰਗ ਨੂੰ ਬਸ ਇੱਕ ਐਂ ਲਾ ਲਓ ਵੀ ਇੱਕ ਹੈੱਡ ਨੂੰ ਉਤਾਰਨਾ ਅਤੇ ਰੱਖਣਾ। ਪਹਿਲਾਂ ਕੋਈ ਕਿੰਗ ਜਾਂ ਵਰਡ ਜਾਂ ਰਾਜਨ ਵਰਡ ਆਇਆ ਹੀ ਨਹੀਂ ਸੀ, ਉਹ ਲੇਟਰ ਵੈਦਿਕ ਏਜ ਦੀ ਹੀ ਦੇਣ ਹੈ। ਉਸ ਤੋਂ ਬਾਅਦ ਜਿਹੜਾ ਥਰਡ ਕੀ ਹੈ, ਥਰਡ ਵਾਜ਼ ਬੇਸਿਕਲੀ ਸਭਾ ਕੀ ਕਰਦੀ ਹੁੰਦੀ ਸੀ, ਸਭਾ ਵਾਜ਼ ਲਰਨਡ ਕਾਊਂਸਲ ਐਂਡ ਐਲਡਰ ਪੀਪਲ। ਮਤਲਬ ਜਿਹੜੇ ਇੰਟੈਲੀਜੈਂਟ ਪੀਪਲ ਹੁੰਦੇ ਸੀ, ਜਿਹੜੇ ਕੰਸਲਟ ਕਰਦੇ ਹੁੰਦੇ ਸੀਗੇ ਕਿੰਗ ਨੂੰ, ਜਿਹੜਾ ਰਾਜਨ ਜਿਹਨੂੰ ਕਿਹਾ ਗਿਆ ਹੈ, ਰਾਜਨ ਨੂੰ ਜਿਹੜੀ ਕਰਦੇ ਹੁੰਦੇ ਸੀ, ਆਰਮੀ ਚੀਫ ਨੂੰ, ਟਰਾਈਬਲ ਚੀਫ ਨੂੰ ਕਰਦੇ ਹੁੰਦੇ ਸੀਗੇ, ਦੈਟ ਵਾਜ਼ ਬੇਸਿਕਲੀ ਸਭਾ। ਉਹਨਾਂ ਦਾ ਕੰਮ ਕੀ ਸੀ, ਜੁਡੀਸ਼ੀਅਲ ਅਤੇ ਐਡਵਾਈਜ਼ਰੀ ਫੰਕਸ਼ਨ ਕਰਨਾ। ਪੋਪੂਲਰ ਅਸੈਂਬਲੀਜ਼ ਦੇਖ ਲਈਆਂ। ਉਸ ਤੋਂ ਬਾਅਦ ਫੋਰਥ ਫੀਚਰ ਦੇਖਦੇ ਆਪਾਂ। ਫੋਰਥ ਫੀਚਰ ਇਜ਼ ਓਫੀਸ਼ੀਅਲਸ। ਕਿਹੜੇ ਹੁੰਦੇ ਸੀਗੇ, ਪਹਿਲਾ ਹੁੰਦਾ ਸੀ ਪੁਰੋਹਿਤ, ਦੂਜਾ ਸੈਨਾਨੀ, ਤੀਜਾ ਗ੍ਰਾਮੀਣੀ। ਤਿੰਨ ਹੀ ਓਫੀਸ਼ੀਅਲ ਸੀਗੇ। ਪੁਰੋਹਿਤ ਦਾ ਕੰਮ ਕੀ ਸੀ, ਉਹ ਪ੍ਰੀਸਟ ਸੀਗਾ। ਸੈਨਾਨੀ ਜਿਹੜਾ ਅੱਗੇ ਜਾ ਕੇ ਸੈਨਾਪਤੀ ਬਣਿਆ, ਮਿਲਟਰੀ ਦਾ ਲੀਡਰ। ਅਤੇ ਤੀਜਾ ਹੈਡ ਕੌਣ ਸੀ, ਗ੍ਰਾਮੀਣੀ ਅੱਜ ਦਾ ਜਿਵੇਂ ਪੰਚਾਇਤ ਹੁੰਦੀ ਆ, ਸਰਪੰਚ ਹੁੰਦਾ, ਉਹਨੇ ਗ੍ਰਾਮੀਣੀ ਹੁੰਦਾ ਸੀ। ਠੀਕ ਆ, ਓਫੀਸ਼ੀਅਲਸ ਦੇਖ ਲਏ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਗਵਰਨੈਂਸ ਇਨ ਲੇਟਰ ਵੈਦਿਕ ਪੀਰੀਅਡ। ਲੇਟਰ ਵੈਦਿਕ ਪੀਰੀਅਡ 'ਚ ਕੀ ਸੀਗਾ, ਅਤੇ ਲੇਟਰ ਵੈਦਿਕ ਪੀਰੀਅਡ 'ਚ ਆਪਾਂ ਗਵਰਨੈਂਸ ਜਿਵੇਂ ਅਰਲੀ ਵੈਦਿਕ ਪੀਰੀਅਡ 'ਚ ਵੀ ਦੇਖਿਆ ਨੇਚਰ ਕੀ ਸੀ ਸਟੇਟ ਦੀ, ਹੁਣ ਵੀ ਦੇਖਾਂਗੇ ਕਿ ਲੇਟਰ ਵੈਦਿਕ ਪੀਰੀਅਡ 'ਚ ਨੇਚਰ ਕੀ ਸੀ ਸਟੇਟ ਦੀ। ਹੁਣ ਕੀ ਸੀ, ਹੁਣ ਪ੍ਰੋਪਰ ਕਿੰਗਡਮਸ ਬਣਨ ਲੱਗ ਗਏ ਸੀਗੇ।
ਠੀਕ ਆ। ਜਿਵੇਂ ਕਿੰਗਡਮਸ ਕਿਵੇਂ ਬਣੇ ਸੀਗੇ, ਕੁਛ ਟਰਾਈਬਸ ਤਾਂ ਇੱਕ ਹੀ ਸੀਗੇ, ਸਾਰੀ ਕਮਿਊਨਿਟੀ ਇੱਕੋ ਹੀ ਤਰੀਕੇ ਦੀ ਸੀ, ਪਰ ਕੁਛ ਲੋਕਾਂ ਦਾ ਜਿਨ੍ਹਾਂ ਦਾ ਅੱਡ ਓਪੀਨੀਅਨ ਸੀ ਉਹਨਾਂ ਨੇ ਅੱਡ ਗਰੁੱਪ ਬਣਾ ਲਿਆ, ਜਿਨ੍ਹਾਂ ਦਾ ਅੱਡ ਓਪੀਨੀਅਨ ਸੀ ਉਹਨਾਂ ਨੇ ਅੱਡ ਬਣਾ ਲਿਆ, ਅਤੇ ਉਹ ਹੌਲੀ ਹੌਲੀ ਬਣਦੇ ਉਹ ਇੱਕ ਜਨਪਦ 'ਚ ਕਨਵਰਟ ਹੋ ਗਏ। ਜਨਪਦ ਨੂੰ ਹੀ ਕਿੰਗਡਮ ਕਿਹਾ ਗਿਆ, ਅਤੇ ਉਹਨਾਂ 'ਚ ਹੀ ਲੇਟਰ ਉਹਨੂੰ ਫਾਈਟਸ ਹੁੰਦੀਆਂ ਰਹੀਆਂ ਨੇ ਟੈਰੀਟਰੀਜ਼ ਨੂੰ ਜਾਂ ਲੈਂਡ ਨੂੰ ਲੈ ਕੇ। ਜਿਵੇਂ ਅੱਜ ਦੇ ਟਾਈਮ 'ਚ ਆਪਾਂ ਵੀ ਲੜ ਰਹੇ ਹਾਂ, ਆਪਾਂ ਬਹੁਤ ਲੜਾਈਆਂ ਹੈ ਨਾ, ਵੌਰ ਹੁੰਦੀਆਂ ਨੇ ਕੰਟਰੀਜ਼ 'ਚ, ਉਹ ਪਹਿਲਾਂ ਜਨਪਦਸ 'ਚ ਵੀ ਹੁੰਦੀਆਂ ਰਹੀਆਂ ਨੇ। ਅਤੇ ਹੁਣ ਕਿੰਗਸ਼ਿਪ ਸੀਗੀ ਜਿਹੜੀ, ਕਿੰਗ ਦਾ ਕੰਸੈਪਟ ਸੀਗਾ। ਦੇਖੋ ਪਹਿਲਾਂ ਤਾਂ ਸਿਰਫ ਟੈਰੀਟੋਰੀਅਲ ਚੀਫ ਸੀ, ਉਹਨੂੰ ਕੌਣ ਬਣਾਉਂਦੇ ਹੁੰਦੇ ਸੀ, ਸਮਿਤੀ ਬਣਾਉਂਦੀ ਹੁੰਦੀ ਸੀਗੀ ਹੈ ਨਾ, ਅਸੈਂਬਲੀ ਆਫ ਪੀਪਲ ਮਿਲ ਕੇ ਚੀਫ ਨੂੰ ਸਿਲੈਕਟ ਕਰਦੇ ਸੀ। ਪਰ ਹੁਣ ਕੀ ਹੋ ਗਿਆ, ਹੁਣ ਹੈਰੀਡਿਟਰੀ ਹੋ ਗਿਆ ਕਿ ਮਤਲਬ ਇੱਕ ਹੀ ਬੰਦਾ, ਹੁਣ ਨੈਪੋਟਿਜ਼ਮ ਆ ਗਿਆ। ਠੀਕ ਹੈ ਇੱਥੇ। ਉਸ ਤੋਂ ਬਾਅਦ ਨੇਚਰ ਆਫ ਦਾ ਸਟੇਟ ਦੇਖ ਲਿਆ ਆਪਾਂ। ਦੇਖਾਂਗੇ ਹੁਣ ਕਿੰਗ ਦੇ ਫੀਚਰਸ ਕੀ ਸੀਗੇ। ਦੇਖੋ ਜਿਹੜਾ ਕਿੰਗ ਸੀਗਾ, ਕਿੰਗ ਹੁਣ ਕੀ ਹੈ, ਕਿੰਗ ਨੂੰ ਰਿਚੁਅਲ ਕਰਨੇ ਪੈਣਗੇ ਤਿੰਨ, ਇੱਕ ਰਾਜਸੂਆ, ਇੱਕ ਅਸਵਾਮੇਧਾ, ਇੱਕ ਰਾਜਾਪਿਆ। ਇਹ ਤਿੰਨ ਰਿਚੁਅਲ ਸੀਗੇ ਜਿਹੜੇ ਕਿੰਗ ਨੂੰ ਫੋਰਮਲੀ ਕਰਨੇ ਪੈਣਗੇ। ਦੈਨ ਹੀ ਹੈਜ਼ ਦਾ ਲੈਜੀਟਮਾਈਜ਼ ਅਥੋਰਿਟੀ, ਮਤਲਬ ਹੁਣ ਉਹ ਲੈਜੀਟੀਮੇਟ ਆ ਕਿਸੇ ਵੀ ਕੰਮ ਨੂੰ ਕਰਨ ਲਈ, ਅਤੇ ਉਹਦੇ ਕੋਲ ਪਾਵਰਸ ਅਤੇ ਅਥੋਰਿਟੀ ਹੁਣ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਸੀ। ਜਿਵੇਂ ਕਿ ਆਪਾਂ ਪਹਿਲਾਂ ਦੇਖਿਆ ਕਿ ਉਹ ਅੰਡਰ ਦਾ ਅਸੈਂਬਲੀਜ਼ ਕੰਮ ਕਰਦਾ ਸੀ, ਪਰ ਹੁਣ ਕੀ ਹੈ, ਹੁਣ ਉਹ ਪਾਵਰਫੁਲ ਹੋ ਗਿਆ ਲੇਟਰ ਵੈਦਿਕ ਏਜ 'ਚ। ਡੈਡਵੁੱਡ ਨੇ ਉਹ ਲੇਟਰ ਵੈਦਿਕ ਏਜ 'ਚ ਆਏ ਨੇ, ਅਰਲੀ ਵੈਦਿਕ ਏਜ ਵਾਜ਼ ਵੈਰੀ ਬਿਊਟੀਫੁਲ। ਠੀਕ ਆ। ਉਸ ਤੋਂ ਬਾਅਦ ਕਿੰਗ ਤੋਂ ਬਾਅਦ ਦੇਖੋ ਡਿਕਲਾਈਨ ਆਫ ਅਸੈਂਬਲੀਜ਼ ਪਹਿਲਾਂ ਆਪਾਂ ਪੜ੍ਹਿਆ ਸੀਗਾ ਅਰਲੀ ਵੈਦਿਕ 'ਚ ਅਸੈਂਬਲੀ ਕਿਹੜੀਆਂ ਨੇ, ਤਿੰਨ ਅਸੈਂਬਲੀਆਂ ਦੇਖੀਆਂ ਸੀਗੀਆਂ। ਹੁਣ ਆਪਾਂ ਦੇਖ ਰਹੇ ਹਾਂ ਕਿ ਅਸੈਂਬਲੀਜ਼ ਦਾ ਡਿਕਲਾਈਨ ਹੋ ਗਿਆ, ਵੀ ਸਮਿਤੀ ਦੇ ਸਭਾ ਲੋਸਟ ਦੇਅਰ ਇੰਪੋਰਟੈਂਸ, ਅਤੇ ਜਿਹੜੇ ਕਿੰਗਸ਼ਿਪ ਸੀ ਉਹ ਸੈਂਟਰਲਾਈਜ਼ ਹੋ ਗਈ, ਮਤਲਬ ਕਿੰਗ ਕੋਲ ਜ਼ਿਆਦਾ ਪਾਵਰ ਆ ਗਈਆਂ, ਅਤੇ ਕੰਸਲਟੇਟਿਵ ਘੱਟ ਹੋ ਗਈ, ਮਤਲਬ ਕੰਸਲਟ ਨਹੀਂ ਹੁਣ ਕਰਦਾ ਸੀ, ਉਹ ਹੁੰਦਾ ਉਹ ਆਪਣੀ ਚਲਾ ਰਿਹਾ ਸੀ, ਜਿਵੇਂ ਉਹਨੂੰ ਠੀਕ ਲੱਗਦਾ ਸੀ ਉਵੇਂ ਕਰ ਰਿਹਾ ਸੀਗਾ। ਠੀਕ ਆ। ਮਤਲਬ ਡਿਕਲਾਈਨ ਹੋ ਗਈ ਅਸੈਂਬਲੀਜ਼ ਦੀਆਂ ਪਾਵਰ। ਉਸ ਤੋਂ ਬਾਅਦ ਫੋਰਥ ਫੀਚਰ ਕੀ ਸੀਗਾ, ਓਫੀਸ਼ੀਅਲ। ਜਿਹੜੇ ਉਹ ਤਿੰਨ ਓਫੀਸ਼ੀਅਲ ਸੀ, ਪੁਰੋਹਿਤ, ਸੈਨਾਨੀ ਅਤੇ ਗ੍ਰਾਮੀਣੀ, ਉਹ ਤਾਂ ਰਹਿਣਗੀ। ਉਹਦੇ ਨਾਲ ਨਾਲ ਇਹ ਵੀ ਤਿੰਨ ਓਫੀਸ਼ੀਅਲਸ ਆ ਗਏ ਸੀਗੇ। ਇੱਕ ਹੈਗਾ ਭਾਗਾਦੂਗਾ ਵਾਜ਼ ਬੇਸਿਕਲੀ ਅ ਕਲੈਕਟਰ ਆਫ ਟੈਕਸਿਸ, ਹੈ ਨਾ, ਜਿਹੜਾ ਟੈਕਸ ਕਲੈਕਟ ਕਰਦਾ ਹੁੰਦਾ ਸੀ। ਦੂਜਾ ਹੈਗਾ ਸੂਤਾ ਵਾਜ਼ ਬੇਸਿਕਲੀ ਰੋਇਲ ਹੈਰਾਲਡ ਜਾਂ ਫਿਰ ਜਿਹੜਾ ਚੈਰੀਏਟ ਨੂੰ ਸਾਂਭਦਾ, ਕਿਉਂਕਿ ਦੇਖੋ ਉਦੋਂ ਤਾਂ ਜੰਗਾਂ ਵੀ ਸਾਰੀਆਂ ਘੋੜੇ ਹਾਥੀਆਂ 'ਤੇ ਹੀ ਹੁੰਦੀਆਂ ਸੀ। ਉਦੋਂ ਇਹ ਜਿਹੇ ਆਪਣੇ ਅੱਜ ਦੇ ਟਾਈਮ 'ਚ ਟੈਂਕ ਐਂਡ ਆਲ ਤਾਂ ਹੁੰਦੇ ਨਹੀਂ ਸੀਗੇ। ਸੋ ਬਸ ਇਹ ਚੀਜ਼ਾਂ ਸੀਗੀਆਂ, ਉਹਦੇ ਕਰਕੇ ਇਹ ਵੀ ਇੱਕ ਓਫੀਸ਼ੀਅਲ ਦੀ ਪੋਸਟ ਹੈਡ ਹੁੰਦੀ ਸੀਗੀ। ਉਸ ਤੋਂ ਬਾਅਦ ਸੰਗ੍ਰਹਿਤਰੀ ਮਤਲਬ ਕੀ ਹੁੰਦਾ ਸੀ, ਦੈਟ ਵਾਜ਼ ਬੇਸਿਕਲੀ ਅ ਟ੍ਰੈਜਰਰ, ਜਿਹੜਾ ਟ੍ਰੈਜਰ ਨੂੰ ਕਲੈਕਟ ਕਰਦਾ ਹੁੰਦਾ ਸੀ, ਟੈਕਸਿਸ ਵਗੈਰਾ ਨੂੰ, ਐਂਡ ਉਹਨਾਂ ਦਾ ਲੇਖਾ ਫਾਈਨੈਂਸ ਨੂੰ ਕੰਟਰੋਲ ਕਰਦਾ ਹੁੰਦਾ ਸੀ ਬੇਸਿਕਲੀ, ਦੈਟ ਵਾਜ਼ ਸੰਗ੍ਰਹਿਤਰੀ। ਠੀਕ ਆ। ਸੰਗ੍ਰਹਿਤਰੀ ਤੋਂ ਬਾਅਦ ਹੋ ਗਿਆ, ਆਪਾਂ ਦੇਖੋ ਹੁਣ 4 ਇਹਦੇ ਕਰ ਲਏ ਫੀਚਰ, 4 ਅਰਲੀ ਵੈਦਿਕ ਪੀਰੀਅਡ ਦੇ ਕਰ ਲਏ, 4 ਲੇਟਰ ਵੈਦਿਕ ਪੀਰੀਅਡ ਦੇ ਕਰ ਲਏ। ਹੁਣ ਉਸ ਤੋਂ ਬਾਅਦ ਆਪਾਂ ਕਾਮਨ ਫੀਚਰਸ ਆਪਾਂ ਇੱਕ ਵਾਰ ਦੇਖ ਲੈਂਦੇ ਹਾਂ। ਹਾਂ, ਆਪਾਂ ਇੱਕ ਵਾਰ ਟੈਕਸੇਸ਼ਨ ਵੀ ਦੇਖ ਲੈਂਦੇ ਹਾਂ, ਵੀ ਟੈਕਸੇਸ਼ਨ ਦਾ ਕੰਸੈਪਟ ਕਿਉਂਕਿ ਲੇਟਰ ਵੈਦਿਕ ਪੀਰੀਅਡ 'ਚ ਆ ਗਿਆ ਸੀਗਾ, ਹੈ ਨਾ। ਟੈਕਸਿਸ ਵਰ ਕੋਲਡ ਬਾਲੀ, ਟੈਕਸਿਸ ਨੂੰ ਕਿਹਾ ਜਾਂਦਾ ਸੀ, ਬਾਲੀ ਕਿਹਾ ਜਾਂਦਾ ਸੀ। ਅਰਲੀਅਰ ਵੋਲੰਟਰੀ ਆਫਰਿੰਗਸ ਬਿਕਮ ਰੈਗੂਲਰ ਕੰਪਲਸਰੀ ਟੈਕਸਿਸ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਲੋਕ ਆਪ ਹੀ ਕੰਟਰੀਬਿਊਟ ਕਰਦੇ, ਕਿਉਂਕਿ ਆਪ ਹੀ ਮਿਲ ਕੇ ਕਿਸੇ ਨੂੰ ਵੀ ਹੈੱਡ ਬਣਾ ਦਿੰਦੇ ਸੀ, ਆਪ ਹੀ ਕਰਨ ਲਈ, ਮਤਲਬ ਕਿ ਆਪਣੀ ਏਰੀਏ ਦੀ, ਆਪਣੀ ਟਰਾਈਬ ਦੀ ਤਰੱਕੀ ਲਈ ਆਪ ਹੀ ਦਿੰਦੇ ਹੁੰਦੇ। ਲੇਟਰ ਉਹਨੂੰ ਪਰਮਾਨੈਂਟ ਕੰਪਲਸਰੀ ਟੈਕਸਿਸ ਬਣ ਗਏ, ਉਹੀ ਚੀਜ਼ਾਂ ਟੈਕਸਿਸ ਬਣਨ ਲੱਗ ਗਈਆਂ। ਠੀਕ ਆ। ਸੋ ਟੈਕਸੇਸ਼ਨ ਦੇਖ ਲਿਆ। ਹੁਣ ਆਪਾਂ ਦੇਖੀਏ ਜੁਡੀਸ਼ੀਅਲ ਸਿਸਟਮ ਕਿਵੇਂ ਦਾ ਸੀ। ਜੁਡੀਸ਼ੀਅਲ ਸਿਸਟਮ ਕੀ ਸੀ, ਕਸਟਮ, ਜਿਹੜੇ ਬਸ ਟਰਾਈਬਲ ਕਮਿਊਨਿਟੀ ਪਹਿਲਾਂ ਤੋਂ ਹੀ ਕਸਟਮ ਫੋਲੋ ਕਰਦੀ ਆ ਰਹੀ ਸੀ, ਉਹੀ ਲਿਟਰਲ ਧਰਮ ਬਣ ਗਏ, ਉਹੀ ਵੇਦਾਸ ਬਣ ਗਏ, ਉਹੀ ਧਰਮ ਬਣ ਗਏ। ਠੀਕ ਆ। ਉੱਥੋਂ ਹੀ ਸਾਰਾ ਕੁਛ ਆਇਆ। ਉਸ ਤੋਂ ਬਾਅਦ ਦ ਕਿੰਗ ਐਕਟਿਡ ਐਜ਼ ਹਾਈਐਸਟ ਜੁਡੀਸ਼ੀਅਲ ਅਥੋਰਿਟੀ, ਜਿਹੜੀ ਕਿੰਗ ਸੀਗੀ ਉਹੀ ਸਭ ਤੋਂ ਵੱਡੀ ਜੁਡੀਸ਼ੀਅਲ ਅਥੋਰਿਟੀ ਮੰਨੀ ਗਈ ਸੀ, ਅਤੇ ਜਿਹੜੀ ਪਨਿਸ਼ਮੈਂਟ ਦਾ ਕੰਸੈਪਟ ਸੀ ਉਹ ਬਹੁਤ ਜ਼ਿਆਦਾ ਫੋਰਮਲ ਹੋ ਗਿਆ ਲੇਟਰ ਵੈਦਿਕ ਪੀਰੀਅਡ 'ਚ। ਠੀਕ ਆ। ਪਨਿਸ਼ਮੈਂਟ ਦਾ ਕੰਸੈਪਟ ਬਹੁਤ ਹੀ ਫੋਰਮਲ ਹੋ ਗਿਆ। ਸੋ ਆਪਾਂ ਹੁਣ ਦੇਖਦੇ ਹਾਂ ਆਰਮੀ ਕਿਵੇਂ ਦੀ ਸੀਗੀ। ਦੇਖੋ ਅਰਲੀ ਵੈਦਿਕ ਪੀਰੀਅਡ 'ਚ ਕੋਈ ਪਰਮਾਨੈਂਟ ਆਰਮੀ ਨਹੀਂ ਸੀਗੀ, ਪਰ ਲੇਟਰ ਵੈਦਿਕ ਪੀਰੀਅਡ 'ਚ ਕੀ ਹੋਇਆ, ਜਨਪਦ ਐਡ ਹੋ ਗਏ, ਹੈ ਨਾ, ਕੰਸੈਪਟ ਆਫ ਜਨਪਦ ਆ ਗਿਆ। ਜਨਪਦ ਦੇ ਕੰਸੈਪਟ ਆਉਣ ਨਾਲ ਕੀ ਹੋ ਗਈ, ਇੱਕ ਆਰਗੇਨਾਈਜ਼ਡ ਮਿਲਟਰੀ ਫੋਰਸਿਸ ਉਹਨਾਂ ਨੂੰ ਬਣਾਉਣੀ ਪਈ, ਕਿਉਂਕਿ ਉਹ ਲੜਾਈਆਂ ਲੜਦੇ ਸੀ, ਕਿੰਗਡਮ ਸੀਗੇ, ਕਿੰਗਡਮਸ ਲਈ, ਆਪਣੀ ਟੈਰੀਟਰੀਜ਼ ਲਈ ਲੜਦੇ ਹੁੰਦੇ ਸੀ, ਤਾਂ ਆਰਮੀ ਦੀ ਲੋੜ ਸੀਗੀ। ਠੀਕ ਆ। ਆਰਮੀ ਦੇਖ ਲਈ। ਹੁਣ ਆਪਾਂ ਦੇਖੋ ਇਹ ਸਾਰਾ ਆਪਾਂ ਕੰਸੈਪਟ ਕਰ ਲਿਆ ਅਰਲੀ ਵੈਦਿਕ ਪੀਰੀਅਡ ਦਾ, ਲੇਟਰ ਵੈਦਿਕ ਪੀਰੀਅਡ ਦਾ। ਆਪਾਂ 4 ਫੀਚਰ ਅਰਲੀ ਵੈਦਿਕ ਪੀਰੀਅਡ 'ਚ ਕੀਤੇ, 5 ਫੀਚਰਸ ਆਪਾਂ ਕਰ ਲਏ ਲੇਟਰ ਵੈਦਿਕ ਪੀਰੀਅਡ 'ਚ, ਅਤੇ ਉਸ ਤੋਂ ਬਾਅਦ ਆਪਾਂ ਕਾਮਨ ਫੀਚਰਸ ਕਰ ਲਏ ਆਰਮੀ ਅਤੇ ਜੁਡੀਸ਼ੀਅਲ। ਠੀਕ ਆ। ਸੋ ਆਪਣੀ ਹੈਡਿੰਗ ਕਿਹੜੀ ਬਣ ਗਈ, ਪਹਿਲਾਂ ਆਪਾਂ ਦਾਂਗੇ ਇੰਟਰੋਡਕਸ਼ਨ। ਦੂਜੀ ਆਪਣੀ ਹੈਡਿੰਗ ਕਿਹੜੀ ਬਣ ਗਈ, ਟਾਈਪਸ, ਹੈ ਨਾ, ਟਾਈਪਸ ਆਫ ਵੈਦਿਕ ਪੀਰੀਅਡ। ਤੀਜੀ ਹੈਡਿੰਗ ਕਿਹੜੀ ਬਣ ਗਈ ਆਪਣੀ ਤੀਜੀ, ਗਵਰਨੈਂਸ ਡਿਊਰਿੰਗ ਦਾ ਅਰਲੀ ਵੈਦਿਕ ਪੀਰੀਅਡ, ਹੈ ਨਾ। ਅਰਲੀ ਵੈਦਿਕ ਪੀਰੀਅਡ 'ਚ ਫਿਰ ਅੱਗੇ ਸਬ ਹੈਡਿੰਗਸ ਬਣ ਗਈਆਂ, ਕਿਹੜੀਆਂ ਬਣੀਆਂ ਨੇ, ਪਹਿਲੀ ਬਣ ਗਈ ਨੇਚਰ ਆਫ ਸਟੇਟ, ਦੂਜੀ ਕੀ ਬਣੀ, ਕਿੰਗ,
ਤੀਜੀ ਕੀ ਬਣੀ ਓਫੀਸ਼ੀਅਲਸ, ਚੌਥੀ ਕੀ ਬਣੀ ਅਸੈਂਬਲੀਜ਼। ਠੀਕ ਆ, 4 ਇੱਥੇ ਹੈਡਿੰਗ ਬਣ ਗਈਆਂ, ਸਬ ਹੈਡਿੰਗਸ ਬਣ ਗਈਆਂ। ਉਸ ਤੋਂ ਬਾਅਦ ਜਿਹੜੀਆਂ ਉਹ ਬਣੀਆਂ ਹੋਈਆਂ ਸੀਗੀਆਂ 3 ਗਵਰਨੈਂਸ ਡਿਊਰਿੰਗ ਅਰਲੀ ਵੈਦਿਕ ਪੀਰੀਅਡ ਤੋਂ ਬਾਅਦ ਫਿਰ ਚੌਥੀ ਹੈਡਿੰਗ ਜਿਹੜੀ ਮੇਨ ਹੈਡਿੰਗ ਹੈ ਗਵਰਨੈਂਸ ਡਿਊਰਿੰਗ ਲੇਟਰ ਵੈਦਿਕ ਪੀਰੀਅਡ। ਲੇਟਰ ਵੈਦਿਕ ਪੀਰੀਅਡ 'ਚ ਹੁਣ ਕਿਹੜੀ ਬਣ ਗਈ, ਉਹੀ 3 4 ਹੈਡਿੰਗ 5 ਹੈਡਿੰਗਸ ਮੈਂ ਕਰਾਤੀਆਂ ਜਿਹੜੀਆਂ ਉਹ ਬਣ ਜਾਣਗੀਆਂ। ਠੀਕ ਆ ਦੇਖ ਲਓ ਚਾਹੇ 5 ਨੇ ਇਹਦੀਆਂ ਲੇਟਰ ਵੈਦਿਕ ਪੀਰੀਅਡ, ਨੇਚਰ ਆਫ ਦ ਸਟੇਟ, ਕਿੰਗ, ਡਿਕਲਾਈਨ ਆਫ ਅਸੈਂਬਲੀ, ਐਡਮਿਨਿਸਟ੍ਰੇਸ਼ਨ ਐਂਡ ਓਫੀਸ਼ੀਅਲ ਕਿਹੜੇ ਨੇ ਟੈਕਸੇਸ਼ਨ। 5 ਇਹਦੇ 'ਚ ਬਣ ਗਈਆਂ, 4 ਅਰਲੀ ਵੈਦਿਕ 'ਚ, ਲੇਟਰ 'ਚ 4, 5 ਇਹਦੇ ਸਬ ਹੈਡਿੰਗ ਬਣ ਗਈਆਂ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਕਾਮਨ ਹੈਡਿੰਗਸ ਲਿਖ ਦਾਂਗੇ। ਜੁਡੀਸ਼ੀਅਲ ਸਿਸਟਮ ਤੁਸੀਂ ਪੁਆਇੰਟ ਬਣਾ ਦਿਓ, ਮਤਲਬ ਉਹ ਤੁਹਾਡਾ ਕਿਹੜਾ ਪੁਆਇੰਟ ਬਣ ਜਾਏਗਾ, ਉਹ ਤੁਹਾਡਾ ਬਣ ਜਾਊਗਾ 5ਵਾਂ ਪੁਆਇੰਟ। ਠੀਕ ਆ, 5ਵਾਂ ਪੁਆਇੰਟ ਜੁਡੀਸ਼ੀਅਲ ਸਿਸਟਮ ਬਣ ਜਾਊਗਾ ਮੇਨ ਹੈਡਿੰਗ ਵਾਲਾ ਜਿਹੜਾ, ਅਤੇ 6ਵਾਂ ਪੁਆਇੰਟ ਆਰਮੀ ਬਣ ਜਾਊਗਾ, 7ਵਾਂ ਬਣ ਜਾਊਗਾ ਕਨਕਲੂਜਨ। ਐਂਡ ਤੁਹਾਡਾ 6 ਪੇਜਿਸ 'ਚ ਆਰਾਮ ਨਾਲ ਇਹ ਕੰਪਲੀਟ ਕਵਰ ਹੋ ਜਾਏਗਾ। ਕਨਕਲੂਜਨ 'ਚ ਬਸ ਤੁਸੀਂ ਉਹੀ ਸਾਰੀ ਚੀਜ਼ਾਂ ਲਿਖ ਦਿਓ। ਇੱਕ ਚੀਜ਼ ਜ਼ਰੂਰ ਲਾਈਨ ਐਡ ਕਰ ਦਿਓ ਕਿ ਅਰਲੀ ਵੈਦਿਕ ਪੀਰੀਅਡ ਸੀਗਾ